बिस्मिल्लाहिर्रहमानिर्रहीम अस्सलाम वालेकुम की हाल है तुहाडा सब ठीक ठाक हो। ਅੱਜ ਆਪਾਂ ਬਣਾਵਾਂਗੇ ਆਲੂ ਤੇ ਆਂਡੇ ਦੇ ਨਾਲ ਬੜੀ ਹੀ ਵਧੀਆ ਰੈਸਿਪੀ। ਤਾਂ ਬਿਨਾਂ ਟਾਈਮ ਜ਼ਾਇਆ ਕੀਤੇ ਆਪਾਂ ਆਪਣੀ ਇਸ ਵਧੀਆ ਜੀ ਰੈਸਿਪੀ ਨੂੰ ਬਣਾ ਲੈਂਦੇ ਆ। ਤੇ ਇਹਨੂੰ ਬਣਾਉਣ ਵਾਸਤੇ ਸਭ ਤੋਂ ਪਹਿਲੇ ਤੇ ਅਸੀਂ ਇੱਥੇ ਲੈ ਲਏ ਸੀ ਆਲੂ ਮੈਂ ਇੱਥੇ ਲਏ ਸੀ 2 ਅਦਦ। ਇਹਨਾਂ ਨੂੰ ਅਸੀਂ ਉਬਾਲ ਲਿਆ ਸੀ, ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਮੈਸ਼ ਕਰ ਲਿਆ ਸੀ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਅਦਦ ਅੰਡਾ। ਠੀਕ ਹੈ, ਅੰਡੇ ਦੀ ਮਿਕਦਾਰ ਤੁਸੀਂ ਥੋੜੀ ਵਧਾ ਵੀ ਸਕਦੇ ਹੋ, ਵਧਾਓਗੇ ਤਾਂ ਤੁਹਾਨੂੰ ਮਜ਼ਾ ਹੀ ਆਏਗਾ ਇਸ ਰੈਸਿਪੀ ਦਾ। ਤੇ ਮੈਂ ਇੱਥੇ ਪਾ ਦਿੱਤਾ ਇਹਦੇ ਵਿੱਚ 1 ਅਦਦ ਅੰਡਾ ਪਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਬਾਕੀ ਚੀਜ਼ਾਂ ਪਾਣੀਆਂ ਨੇ। ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਸਭ ਤੋਂ ਪਹਿਲੇ ਤੇ ਪਾ ਲਵਾਂਗੇ नमक तकरीबन असी पाना चम्मच का तीसरा हिस्सा। ठीक है, उन तो बाद थोड़ी जी हल्दी पा देवांगे, थोड़ी जी लाल मिर्च पा देवांगे क्योंकि आलू 2 ही ने। जे ज़्यादा मिकदार च बनाने होण तो सारिया चीज़ों की मिकदार तुसीं वधा सकते हो। थोड़ा गरम मसाला पा दिता है, 1 चमचा असी साबत धनिया पा दिता है। हुण इन्हां सारिया चीज़ों नूं पा के ना आपां इहनूं कर लेना चंगी तरह मिक्स। इहदे विच तुसीं ना ते पानी पाना है ना ही कोई होर चीज़ पानी है, बस हुण आपां इन्हां नूं चंगी तरह मिक्स कर लेना। जदों तुसीं देखो कि तुसीं सब चीज़ों नूं चंगी तरह मिक्स कर लिया है ਤੇ ਫਿਰ ਆਪਾਂ ਇਹਨੂੰ ਪਕਾਉਣਾ ਸਟਾਰਟ ਕਰਾਂਗੇ। ਤੇ ਪਕਾਉਣ ਵਾਸਤੇ ਆਪਾਂ ਇੱਥੇ ਲੈ ਲਵਾਂਗੇ ਪੈਨ। ਤੇ ਪੈਨ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਘਿਓ ਜਾਂ ਆਇਲ ਪਾਉਣ ਦੀ ਜ਼ਰੂਰਤ ਨਹੀਂ, ਬਿਲਕੁਲ ਥੋੜਾ ਜਿਹਾ ਪਾਵਾਂਗੇ। ਤੇ ਹੁਣ ਆਪਾਂ ਚਮਚ ਨਾਲ ਤੁਸੀਂ ਭਾਵੇਂ ਥੋੜਾ ਪੋਰਸ਼ਨ ਪਾ ਲਓ ਇਹਦਾ, ਤੇ ਭਾਵੇਂ ਤੁਹਾਡਾ ਦਿਲ ਕਰੇ ਹੱਥ ਨਾਲ ਪਾ ਲਓ। ਮੈਂ ਹੱਥ ਨਾਲ ਕੁਛ ਪਾ ਦਿੱਤੇ। ਪਾਉਣ ਤੋਂ ਬਾਅਦ ਥੋੜਾ ਜਿਹਾ ਆਪਾਂ ਇਹਨਾਂ ਨੂੰ ਫੈਲਾ ਲਵਾਂਗੇ ਤਾਂ ਕਿ ਚੰਗੀ ਤਰ੍ਹਾਂ ਪੱਕ ਜਾਣ। ਹੁਣ ਤੁਸੀਂ ਥੋੜੀ ਤੇਜ਼ ਫਲੇਮ ਤੇ, ਠੀਕ ਹੈ, ਅੱਗ ਥੋੜੀ ਤੁਸੀਂ ਤੇਜ਼ ਰੱਖਿਆ ਜੇ ਤਾਂ ਕਿ ਇਹ ਚੰਗੀ ਤਰ੍ਹਾਂ ਪੱਕ ਜਾਣ। ਜੇ ਬਹੁਤ ਜ਼ਿਆਦਾ ਮਿੱਠੀ ਅੱਗ ਹੋਏਗੀ ਨਾ ਤੇ ਫਿਰ ਫੈਲ ਜਾਣਗੇ ਆਇਲ ਵਿੱਚ। ਜੇ ਤੁਹਾਡੇ को लगे कि तुहाडे को नहीं सही बनते पे, ये फैलते हैं ना, तो तुसीं इहदे विच एक होर अंडा पा लिया जे। यानी अंडा जिथे आपां 1 पाया ना, तुसीं 2 अंडे पा लवोगे ना, तो फिर तो बिल्कुल भी ज़बरदस्त बन गए, बिल्कुल ना तो खराब होणगे ना ही खुल्लणगे। तो हुण जिवें तुसीं देखो कि बड़ा सोहना जिहा एक साइड का कलर गोल्डन ब्राउन हो गया, तो आपां इन्हां सब दीयां साइडां नूं चेंज कर लवांगे। तो चेंज करन तो बाद हुण दूसरी साइड नूं भी आपां गोल्डन ब्राउन होण तक पका लवांगे। जदों तुसीं देखो कि दोवां साइडां दा कलर जिहड़ा थोड़ा जिहा गोल्डन हो गया, तो फिर आपां इन्हां नूं कढ लवांगे। पर तुसीं इन्हां सारे काम नूं ना मीडियम टू हाई फ्लेम ते करिया जे, फ्लेम बहुत ज़्यादा हल्की ना रखिया जे। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਬਹੁਤ ਜ਼ਿਆਦਾ ਦੋਨਾਂ ਸਾਈਡਾਂ ਤੋਂ ਕਲਰ ਜਿਹੜਾ ਪਿਆਰਾ ਆ ਗਿਆ। ਹੁਣ ਆਪਾਂ ਇਹਨਾਂ ਸਭ ਨੂੰ ਇਹਦੇ ਵਿੱਚੋਂ ਕੱਢ ਲਵਾਂਗੇ। ਬੜੇ ਹੀ ਮਜ਼ੇਦਾਰ ਆਲੂ ਤੇ ਅੰਡੇ ਦੇ ਨਾਲ ਆ ਰੈਸਪੀ ਬਣਦੀ ਜੇ, ਤੇ ਤੁਸੀਂ ਜ਼ਰੂਰ ਟਰਾਈ ਕਰਿਆ ਜੇ। ਤੇ ਬਸ ਇਸੇ ਤਰ੍ਹਾਂ ਜਿਹੜਾ ਆਪਣਾ ਨੈਕਸਟ ਬੈਚ ਹੈ ਉਹਨੂੰ ਵੀ ਆਪਾਂ ਐਵੇਂ ਹੀ ਫਰਾਈ ਕਰ ਲਵਾਂਗੇ। ਹੁਣ ਜਿਹੜਾ ਉਹਦਾ ਘਿਓ ਬਚ ਜਾਵੇਗਾ ਨਾ, ਜਿਹਦੇ ਵਿੱਚ ਆਪਾਂ ਇਹਨਾਂ ਨੂੰ ਫਰਾਈ ਕੀਤਾ ਸੀ, ਇਹਦੇ ਵਿੱਚ ਪਾਵਾਂਗੇ ਆਪਾਂ 2 ਅਦਦ ਪਿਆਜ਼, ਬਿਲਕੁਲ ਬਰੀਕ ਕੱਟ ਕੇ ਪਾ ਦਾਂਗੇ, ਚੌਪ ਕਰ ਲਿਆ ਜੇ। ਹੁਣ ਆਪਾਂ ਇਹਨਾਂ ਨੂੰ ਇਸ ਪਿਆਜ਼ ਨੂੰ ਥੋੜਾ ਹਲਕਾ ਜਿਹਾ ਆਪਾਂ ਫਰਾਈ ਕਰ ਲੈਣਾ। ਜਦੋਂ ਤੁਸੀਂ ਦੇਖੋ ਕਿ ਪਿਆਜ਼ ਥੋੜਾ ਜਿਹਾ ਸੌਫਟ ਹੋ ਗਿਆ, ਥੋੜਾ ਜਿਹਾ ਨਰਮ ਹੋ ਗਿਆ, ਤੇ ਫਿਰ ਆਪਾਂ ਇਹਦੇ ਵਿੱਚ ਬਾਕੀ ਚੀਜ਼ਾਂ ਪਾਵਾਂਗੇ। ਤੇ ਹੁਣ ਤੁਸੀਂ ਦੇਖ ਸਕਦੇ ਹੋ ਪਿਆਜ਼ ਦਾ ਰੰਗ ਜਿਹੜਾ ਥੋੜਾ ਜਿਹਾ ਹਲਕਾ ਜਿਹਾ ਚੇਂਜ ਹੋਣ ਲੱਗ ਪਿਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਅਦਦ ਟਮਾਟਰ। ਇਹਨੂੰ ਮੈਂ ਬਿਲਕੁਲ ਬਰੀਕ ਜਿਹਾ ਕੱਟ ਲਿਆ ਸੀ। ਤੁਹਾਡਾ ਦਿਲ ਕਰੇ ਤਾਂ ਤੁਸੀਂ ਨਾ ਇਹਨੂੰ ਬਿਲਕੁਲ ਇਹਦਾ ਪੇਸਟ ਵੀ ਬਣਾ ਸਕਦੇ ਹੋ, ਉਹ ਵੀ ਬੜਾ ਸੋਹਣਾ ਬਣੇਗਾ। 1 ਅਦਦ ਟਮਾਟਰ ਪਾ ਲਿਆ, 4 ਤੋਂ 5 ਸਬਜ਼ ਮਿਰਚਾਂ ਪਾ ਲਈਆਂ। ਪਾ ਕੇ ਆਪਾਂ ਇਹਨਾਂ ਨੂੰ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ, ਕੁਛ ਦੇਰ ਲਈ ਭੁੰਨ ਲਵਾਂਗੇ। ਜਦੋਂ ਤੁਸੀਂ ਦੇਖੋ ਟਮਾਟਰ, ਹਰੀਆਂ ਮਿਰਚਾਂ, ਸਭ ਚੀਜ਼ਾਂ ਥੋੜੀਆਂ ਸੌਫਟ ਹੋ ਗਈਆਂ ਨੇ, ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਚਮਚ ਅਦਰਕ ਲਸਣ ਦਾ ਜਿਹੜਾ ਹੁੰਦਾ ਨਾ ਮਿਕਸ ਜਿਹੜਾ ਪੇਸਟ ਹੁੰਦਾ, ਉਹਨੂੰ ਆਪਾਂ ਪਾ ਦੇਵਾਂਗੇ। ਅਦਰਕ ਲਸਣ ਦਾ ਪੇਸਟ ਪਾਉਣ ਤੋਂ ਬਾਅਦ ਦੁਬਾਰਾ ਹਲਕਾ ਜਿਹਾ ਭੁੰਨ ਲਵਾਂਗੇ। ਜਦੋਂ ਤੁਸੀਂ ਦੇਖੋ ਇਹਦੇ ਵਿੱਚੋਂ ਭੁੱਜੇ ਹੋਏ ਅਦਰਕ ਲਸਣ ਦੀ ਸੋਹਣੀ ਜਿਹੀ ਖੁਸ਼ਬੂ ਆਉਣ ਲੱਗ ਪਈ ਆ, ਤੇ ਫਿਰ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ। ਤੇ ਸਭ ਤੋਂ ਪਹਿਲੇ ਤਾਂ ਮੈਂ ਇਹਨੂੰ ਪਾਉਣ ਲੱਗੀ ਹਾਂ ਇਹਦੇ ਵਿੱਚ ਸਭ ਤੋਂ ਪਹਿਲੇ ਨਮਕ ਪਾਵਾਂਗੇ। ਤਕਰੀਬਨ ਅੱਧਾ ਚਮਚਾ ਜਿਹੜਾ ਨਾ ਮੈਂ ਨਮਕ ਦਾ ਪਾਉਣ ਲੱਗੀ ਹਾਂ, ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਵੀ ਪਾ ਸਕਦੇ ਹੋ। ਉਸ ਤੋਂ ਬਾਅਦ ਤਕਰੀਬਨ ਅੱਧਾ ਚਮਚਾ ਹੀ ਮੈਂ ਇਹਦੇ ਵਿੱਚ ਹਲਦੀ ਪਾਉਣ ਲੱਗੀ ਹਾਂ। ਤੇ ਜਿਹੜੀ ਲਾਲ ਮਿਰਚ ਉਹ ਤਕਰੀਬਨ ਮੈਂ ਅੱਧਾ ਚਮਚ ਤੋਂ ਥੋੜੀ ਜਿਹੀ ਜ਼ਿਆਦਾ ਪਾਉਣ ਲੱਗੀ ਹਾਂ। ਇਹਨਾਂ ਸਭ ਮਸਾਲਿਆਂ ਨੂੰ ਪਾਉਣ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ। ਇੱਥੇ ਤੁਹਾਨੂੰ ਲੱਗੇ ਕਿ ਥੋੜਾ ਜਿਹਾ ਪਾਣੀ ਦਾ ਛਿੱਟਾ ਲਾਉਣ ਦੀ ਲੋੜ ਹੈ, ਤੇ ਹਲਕਾ ਜਿਹਾ ਪਾਣੀ ਦਾ ਛਿੱਟਾ ਲਾ ਲਵਾਂਗੇ। ਸੋਹਣਾ ਬੜਾ ਮਸਾਲਾ ਆਪਾਂ ਭੁੰਨ ਲਵਾਂਗੇ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਬਹੁਤ ਜ਼ਿਆਦਾ ਮਜ਼ੇਦਾਰ ਜ਼ਬਰਦਸਤ ਜਿਹਾ ਸਾਡਾ ਮਸਾਲਾ ਇੱਥੇ ਬਣ ਕੇ ਤਿਆਰ ਹੋ ਗਿਆ। ਤੇ ਚੰਗੀ ਤਰ੍ਹਾਂ ਭੁਨਾਈ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ, ਕਿਉਂਕਿ ਆਪਾਂ ਇਹਦੀ ਥੋੜੀ ਜਿਹੀ ਗ੍ਰੇਵੀ ਤਿਆਰ ਕਰਨੀ ਹੈ। ਪਾਣੀ ਇੱਥੇ ਅਸੀਂ ਪਾ ਦਿੱਤਾ ਇਹਦੇ ਵਿੱਚ ਤਕਰੀਬਨ 1.5 ਗਲਾਸ। ਪਾਣੀ ਪਾਉਣ ਤੋਂ ਬਾਅਦ ਇੱਕ ਵਾਰੀ ਹਲਕਾ ਜਿਹਾ ਮਿਕਸ ਕਰ ਲਵਾਂਗੇ। ਢੱਕਣ ਲਾ ਕੇ ਤਕਰੀਬਨ 2 ਤੋਂ 3 ਮਿੰਟ ਆਪਾਂ ਇਹਨੂੰ ਪਕਾ ਲੈਣਾ ਵਾ। 2 ਤੋਂ 3 ਮਿੰਟ ਜਦੋਂ ਤੁਸੀਂ ਦੇਖੋ ਹਲਕੀ ਗ੍ਰੇਵੀ ਤਿਆਰ ਹੋ ਗਈ ਆ, ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਆਪਾਂ ਆਲੂ ਤੇ ਅੰਡੇ ਦੇ ਜ਼ਬਰਦਸਤੀਆਂ ਛੋਟੀਆਂ ਟਿੱਕੀਆਂ ਬਣਾ ਕੇ ਰੱਖੀਆਂ ਸੀ ਨਾ, ਉਹਨਾਂ ਸਾਰਿਆਂ ਨੂੰ ਆਪਾਂ ਇਹਦੇ ਵਿੱਚ ਪਾ ਦੇਵਾਂਗੇ। ਤਮਾਮ ਟਿੱਕੀਆਂ ਇਹਦੇ ਵਿੱਚ ਪਾਉਣ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਕਰ ਲਵਾਂਗੇ ਥੋੜਾ ਜਿਹਾ ਮਿਕਸ, ਐਵੇਂ ਕਰਕੇ ਬਹੁਤ ਹਲਕੇ ਹੱਥਾਂ ਨਾਲ ਮਿਕਸ ਕਰਾਂਗੇ। ਥੋੜਾ ਜਿਹਾ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਿਲਕੁਲ ਥੋੜਾ ਜਿਹਾ 1 ਅਦਦ ਮੈਂ ਅੰਡਾ ਰੱਖਿਆ ਸੀ, ਉਹਨੂੰ ਮੈਂ ਉਬਾਲ ਲਿਆ ਸੀ। ਠੀਕ ਹੈ, ਇਹਦਾ ਉਵੇਂ ਤੁਹਾਨੂੰ ਜ਼ਾਇਕਾ ਬੜਾ ਸੋਹਣਾ ਲੱਗੇਗਾ। ਨਾ ਦਿਲ ਕਰੇ ਤਾਂ ਭਾਵੇਂ ਨਾ ਪਾਇਆ ਜੇ, ਪਰ ਪਾਓਗੇ ਤਾਂ ਬੜਾ ਮਜ਼ੇ ਦਾ ਤੁਹਾਨੂੰ ਟੇਸਟ ਮਿਲੇਗਾ। ਥੋੜਾ ਗਰਮ ਮਸਾਲਾ ਪਾਤਾ, ਥੋੜਾ ਹਰਾ ਧਨੀਆ ਪਾ ਕੇ ਨਾ ਇਹਨੂੰ ਆਪਾਂ ਕੱਜ ਦੇਵਾਂਗੇ। 5 ਮਿੰਟ ਹਲਕੀ ਫਲੇਮ ਤੇ ਪਕਾਵਾਂਗੇ। 5 ਮਿੰਟ ਤੋਂ ਬਾਅਦ ਮਾਸ਼ਾਅੱਲਾ ਬਹੁਤ ਜ਼ਿਆਦਾ ਮਜ਼ੇਦਾਰ ਜ਼ਬਰਦਸਤ ਜਿਹਾ ਆਲੂ ਅੰਡੇ ਦਾ ਜਿਹੜਾ ਸਾਲਣ ਹੈ ਬਿਲਕੁਲ ਅਲੱਗ ਤਰੀਕੇ ਨਾਲ ਬਣ ਕੇ ਤਿਆਰ ਹੋ ਗਿਆ, ਜਿਹੜਾ ਕਿ ਬੜਾ ਹੀ ਸਵਾਦੀ ਤੇ ਕਮਾਲ ਦਾ ਬਣਿਆ। ਤੇ ਹੁਣ ਆਪਾਂ ਇਹਨੂੰ ਉਤਾਰ ਲਵਾਂਗੇ। ਉਤਾਰ ਕੇ ਆਪਾਂ ਇਹਨੂੰ ਕਿਸੇ ਵੀ ਪਲੇਟ 'ਚ ਪਾ ਲਵਾਂਗੇ।
ਤੇ ਇੱਥੇ ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਕਿੱਡਾ ਹੀ ਮਜ਼ੇਦਾਰ ਜਿਹਾ ਆਲੂ ਤੇ ਅੰਡੇ ਦਾ ਸਾਲਨ ਜਿਹੜਾ ਸਾਡਾ ਬਣ ਕੇ ਤਿਆਰ ਹੋ ਗਿਆ। ਤੇ ਤੁਸੀਂ ਵੀ ਜ਼ਰੂਰ ਇਸ ਤਰੀਕੇ ਨਾਲ ਬਣਾਇਆ ਜੇ ਤੇ ਬਣਾ ਕੇ ਤੁਸੀਂ ਸਾਨੂੰ ਜ਼ਰੂਰ ਦੱਸਿਆ ਜੇ ਤੁਹਾਨੂੰ ਅੱਜ ਦੀ ਸਾਡੀ ਰੈਸਪੀ ਜਿਹੜੀ ਹੈ ਨਾ ਉਹ ਕਿਵੇਂ ਦੀ ਲੱਗੀ। ਤੇ ਇਸ ਸਾਲਨ ਨੂੰ ਨਾ ਤੁਸੀਂ ਬਹੁਤ ਜ਼ਿਆਦਾ ਦੇਰ ਨਹੀਂ ਪਕਾਉਣਾ ਹੈ। ਬਸ ਤੁਸੀਂ ਜਦੋਂ ਐਵੇਂ ਆਹੀ ਜਿਹੜੇ ਆਲੂ ਅੰਡੇ ਦੇ ਪਕੌੜੇ ਜੇ ਆਪਾਂ ਬਣਾਏ ਸੀ ਨਾ, ਜਦੋਂ ਤੁਸੀਂ ਦੇਖੋ ਨਾ ਪਾਏ ਆ ਨਾ, ਤੁਸੀਂ 5 ਮਿੰਟ ਸਿਰਫ ਇਹਨਾਂ ਨੂੰ ਪਕਾਉਣੇ। ਜ਼ਿਆਦਾ ਦੇਰ ਪਕਾਓਗੇ ਨਾ ਤੇ ਬਹੁਤ ਜ਼ਿਆਦਾ ਨਰਮ ਹੋ ਜਾਣਗੇ। ਤੇ ਮਾਸ਼ਾਅੱਲਾ ਬੜੀ ਵਧੀਆ ਰੈਸਪੀ ਬਣੀ ਹੈ, ਜ਼ਰੂਰ ਟਰਾਈ ਕਰਿਆ ਜੇ। ਟਰਾਈ ਕਰਕੇ ਸਾਨੂੰ ਦੱਸਿਆ ਜੇ ਜ਼ਰੂਰ ਤੁਹਾਨੂੰ ਕਿਵੇਂ ਦੀ ਲੱਗੀ ਸਾਡੀ ਅੱਜ ਦੀ ਰੈਸਪੀ। ਬਾਕੀ ਅੱਲਾਹ ਪਾਕ ਤੁਹਾਨੂੰ ਸਭ ਨੂੰ ਬੜਾ ਖੁਸ਼ ਰੱਖੇ, ਆਬਾਦ ਰੱਖੇ, ਦੁਆਵਾਂ ਯਾਦ ਰੱਖਿਆ ਜੇ। ਅੱਲਾਹ ਹਾਫਿਜ਼।